मानयोग स्पीकर साहब, मानयोग मैंबर साहब, जिन्ने भी मैंबरान इस पवित्र सदन दे ने, पहली बार मैं बजट स्पीच ते बोल रहा। हालांकि बजट बारे लोक सभा च काफ़ी बाजवा साहब राज्य सभा च हुंदे सी बोलते रहे हैं, पर विधान सभा च पहली बार मौका मिले। बहुत बहुत इस गल लई मैं पंजाब दे सूझवान लोगों का, वोटरां का धन्नवाद करदा कि उन्होंने भरोसा किया एक इहो जी गौरमेंट ते, एक इहो जी टीम बना के इत्थे भेजी है कि शायद जो 75 साल च नहीं हो सकिया, हर 5-5 साल बाद उम्मीदां ला के फिर बह जांदे सी, शायद कोई बदलाव आ जाए। सो असीं लोकां दे लई वचनबद्ध हां, जो असीं वादे करके आए हैं। पहली बार तो मैं बधाई देनी चाहूँगा फाइनेंस मिनिस्टर साहब नूं, जिन्हां ने इन्ना शानदार लोक पक्षी लोकां दा अपना बनाया होया बजट पेश किया है, जिहदे च कमी कड्ढण वास्ते भी शायद आपोजिशन वालियां नूं काफ़ी मत्था मारना पिया हो कि कोई तो देखो कुछ यार कुछ तक नहीं हो रही, क्योंकि असी हैल्थ एजुकेशन नूं बारे गारंटियां दित्तियां सी, असी हैल्थ एजुकेशन नूं उपर लेके जाना चाहुंदे हां, असी बिजली की गारंटी दित्ती सी, पैसे जिथों मर्जी लईए 300 यूनिट फ्री होणगे। असी इन्हां वांगू ये कहा नहीं कर देंगे, असी इन्हां वांगू ये नहीं कहा कि 36,000 कामे कीते पक्के, जो पता लग्या कहते राजपाल को फैल पई है, फिर लिखने की लोड़ सी? ऐ लिख देंदे बसां दे पिछे कि 36,000 की फैल राजपाल नूं भेजी ना, कीते पक्के। आजूगी आजूगी खैर साहब आजो, चुप करके सुन लो, कृपा करके ना हम एक बार है ना सुन दी हथ पाओ, गल गल ते पता करा लो, पता करा लो ना करो। सर तुसी इदां किवें बोल सकते हो जो मैं बोल रहा? मैं मानयोग खैरा साहब इस तरह नहीं इंटरप्ट नहीं होंगे जी। सीएम साहब खैरा साहब इंटरप्ट नहीं करना, किसी ने भी मानयोग मुख्यमंत्री साहब को इंटरप्ट नहीं करना। ਅਸੀਂ ਲੋਕਾਂ ਲਈ ਵਚਨਬੱਧ ਹਾਂ। ਕਿਹਦਾ ਰਾਈਟ ਹੈ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ। ਪਤਾ ਸਾਨੂੰ ਕਿਹਦਾ ਰਾਈਟ ਹੈ, ਕਿਹਦੀ ਡਿਊਟੀ ਹੈ? ਸਾਨੂੰ ਇੱਥੇ ਰਾਈਟ ਨਾ ਸਮਝਾਉਣ। ਕਹਿੰਦੇ ਪੰਜਾਬੀ ਨਹੀਂ ਆਉਂਦੀ। ਜਿਹੜੇ ਬੰਦੇ ਇਹ ਗੱਲ ਨੋਟ ਕਰ ਲਿਓ, ਅੱਜ ਸਪੀਕਰ ਸਾਹਿਬ ਮੈਂ ਸਾਰੇ ਹਾਊਸ ਨੂੰ ਦੱਸਣਾ ਚਾਹੁੰਦਾ, ਜਿਹੜੇ ਆਪਣੇ ਭਾਸ਼ਣ ਦੇ ਵਿੱਚ ਹਰ ਤੀਜੀ ਗੱਲ ਅੰਗਰੇਜ਼ੀ 'ਚ ਬੋਲਦੇ ਨੇ, ਜਿਹੜੇ ਲੋਕਾਂ ਨੂੰ ਨਹੀਂ ਕਹਿੰਦੇ, ਲੋਕਾਂ ਨੂੰ, ਲੋਕ ਹਿੰਦੀ ਦਾ ਲਫ਼ਜ਼ ਹੈ, ਲੋਕ ਪੰਜਾਬੀ ਦਾ ਲਫ਼ਜ਼ ਹੈ, ਸ਼ਾਇਦ ਅੱਜ ਤੋਂ ਬਾਅਦ ਬਦਲ ਜਾਣ। ਲੋਕਾਂ ਨੇ ਕਿਹਾ ਪੰਜਾਬੀ ਦੀ ਗੱਲ ਕਰਦੇ ਸਾਡੇ ਨਾਲ ਪੜ੍ਹ ਕੇ ਸਨਾਵਰਾਂ 'ਚ, ਪੜ੍ਹ ਕੇ ਦੂਨਾਂ 'ਚ, ਤੇ ਸਾਡੇ ਸਰਕਾਰੀਆਂ ਨੂੰ ਸਾਨੂੰ ਤੁਸੀਂ ਪੰਜਾਬੀ ਸਿਖਾਓਗੇ? ਤੁਸੀਂ ਖੈਰਾ ਸਾਹਿਬ ਤੁਸੀਂ ਬੋਲੋ, ਦਿਓ ਟਾਈਮ ਜੀ। ਮਾਨਯੋਗ ਮੁੱਖ ਮੰਤਰੀ ਬਾਜਵਾ ਸਾਹਿਬ ਪਲੀਜ਼, ਤੁਸੀਂ ਐਲਓਪੀ ਹੋ ਸਾਰੇ, ਕਿਰਪਾ ਕਰਕੇ ਇਹਨਾਂ ਦੇ ਸੈੱਲ ਕੱਟੋ, ਸੀਟ ਤੇ ਬੈਠੋ ਤੁਸੀਂ ਸਰ, ਸੀਟ ਤੇ ਬੈਠੋ। ਖੈਰਾ ਸਾਹਿਬ ਆਪਣੀ ਸੀਟ ਤੇ ਜਾਓ ਪਲੀਜ਼। ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀ ਸੀਟ ਤੇ ਜਾਣ, ਆਪਣੀ ਸੀਟ ਤੇ ਜਾਣ। ਠੀਕ ਹੈ ਜੀ। ਸਰ ਤੁਸੀਂ ਪ੍ਰਧਾਨ ਹੋ ਇੱਧਰ, ਕਿਰਪਾ ਕਰਕੇ ਜੀ। ਕਹਿੰਦੇ ਫਲਾਣੇ ਨੂੰ ਤੁਸੀਂ ਰਾਜ ਸਭਾ 'ਚ ਭੇਜਤਾ, ਉਹਨੂੰ ਪੰਜਾਬੀ ਨਹੀਂ ਆਉਂਦੀ। ਮੈਨੂੰ ਇਹ ਦੱਸ ਦਿਓ, ਅੰਬਿਕਾ ਸੋਨੀ ਦੇ 10ਵੀਂ 'ਚੋਂ ਪੰਜਾਬੀ 'ਚ ਕਿੰਨੇ ਨੰਬਰ ਆਏ ਸੀ? ਤੁਸੀਂ ਦਿੱਲੀ ਵਾਲਿਆਂ ਨੂੰ ਮੱਕ ਨੂੰ ਲਿਆ ਕੇ ਹਰਿਆਣੇ ਵਾੜਤਾ, ਹਰਾ ਲਿਆ। ਹਰਿਆਣੇ ਵਾਲੇ ਨੂੰ ਰਾਜਸਥਾਨ ਲੈ ਗਏ, यूपी वालों छत्तीसगढ़ बिहार वालों महाराष्ट्र ले गए। मनमोहन सिंह जी पहला आसाम तो रहे, वो तो बाद अगली टर्न वास्ते एक वधिया मौका सी कि इत्थों पंजाब तो होंदे, नहीं फिर वो राजस्थान च गए। मतलब
ਕਿਹੜੀਆਂ ਗੱਲਾਂ ਨੇ ਕਿ ਆਇਆ ਕਿਉਂ ਨਹੀਂ ਜੀ, ਆਇਆ ਕਿਉਂ ਨਹੀਂ? ਅਸੀਂ ਕਿਸੇ ਨੂੰ ਪੁੱਛ ਕੇ ਅਸੀਂ ਇੰਨਾ ਕੁ ਕਹਿ ਸਕਦੇ ਹਾਂ ਕਿ ਜਿਹੜੇ ਸਾਡੇ 7 ਮੈਂਬਰ ਰਾਜ ਸਭਾ 'ਚ ਗਏ ਨੇ ਸਰ, 7 'ਚੋਂ ਕੋਈ ਵੀ ਲੋਕਾਂ ਨੇ ਨਕਾਰਿਆ ਨਹੀਂ ਹੋਇਆ, ਹਾਰਿਆ ਨਹੀਂ ਹੋਇਆ ਕੋਈ। ਇਸ ਤੋਂ ਪਹਿਲਾਂ ਰਾਘਵ ਚੱਡਾ ਨੇ ਅਸਤੀਫਾ ਦਿੱਤਾ ਜੀ। ਨਹੀਂ ਉਹ ਫੇਰ ਉੱਥੇ ਲੱਗ ਗਿਆ ਕਿ ਲੱਗ ਗਿਆ ਯਾਰ। ਸਰ ਅੰਬਿਕਾ ਸੋਨੀ ਹਾਰੀ ਹੋਈ, ਇੰਟਰਪਟ ਨਾ ਕਰੋ ਸਰ ਭੂੰਦੜ ਸਾਹਿਬ ਹਾਰੇ ਹੋਏ, ਢੀਂਡਸਾ ਸਾਹਿਬ ਹਾਰੇ ਹੋਏ, ਸਰਪੰਚੀ ਹਾਰੇ ਹੋਏ ਵੀ ਨੇ ਲੋਕ ਇੱਥੇ। ਪੋਲਿੰਗ ਏਜੰਟ ਬਣ ਕੇ ਸਰਪੰਚੀ ਹਾਰਦੇ ਲੋਕ ਇੱਥੇ। ਸੋ ਨਾ ਛੇੜੋ, ਬੋਲ ਲੈਣ ਦੋ, ਬੋਲ ਲੈਣ। ਚਲੋ ਆਓ ਜੀ ਬਾਜਵਾ ਸਾਹਿਬ, ਮੇਰੀ ਹੱਥ ਬਣ ਕੇ ਬੇਨਤੀ ਹੈ, ਮੈਂ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਹਾਂ ਵੀ ਆਨਰੇਬਲ ਸੀਐਮ ਸਾਹਿਬ ਬੋਲ ਰਹੇ ਆ, ਇਹਨਾਂ ਨੂੰ ਇੰਟਰਪਟ ਨਾ ਕੀਤਾ ਜਾਵੇ। ਸੀਐਮ ਸਾਹਿਬ, ਰਨਿੰਗ ਕਮੈਂਟਰੀ ਕਰਨ ਦੀ ਜ਼ਰੂਰਤ ਹੁੰਦੀ ਹੈ ਸਰ। ਸਰ ਮੈਨੂੰ ਚੇਅਰ ਨੂੰ ਐਡਰੈਸ ਕਰੋ ਜੀ, ਚੇਅਰ ਨੂੰ ਜੀ। ਸਰ ਰਨਿੰਗ ਕਮੈਂਟਰੀ ਕਰ ਰਹੇ ਹੋ ਨਾਲ। ਸਰ ਰਨਿੰਗ ਕਮੈਂਟਰੀ ਨਾ ਕੀਤੀ ਜਾਵੇ, ਕਿਰਪਾ ਕਰਕੇ ਰਨਿੰਗ ਕਮੈਂਟਰੀ ਨਾ ਕੀਤੀ ਜਾਵੇ। ਬਾਹਰ ਮੀਡੀਆ ਵੇਟ ਕਰੀ ਜਾਂਦਾ, ਤੁਸੀਂ ਜਾਓ ਉੱਥੇ ਬੋਲੋ। ਜੋ ਵੀ ਚੇਅਰ ਦੀ ਆਗਿਆ ਤੋਂ ਬਿਨਾਂ ਕਿਹਾ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਜੀ। ਸੋ ਸਰ, ਪੰਜਾਬੀ ਮਾਂ ਬੋਲੀ ਲਈ ਪੰਜਾਬੀ ਯੂਨੀਵਰਸਿਟੀ ਬਣੀ ਸੀ, ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਲਈ। ਤੇ ਮੈਂ ਜਦੋਂ ਯੂਨੀਵਰਸਿਟੀ 'ਚ ਗਿਆ, ਕਿਉਂਕਿ ਮੈਂ ਵੀ ਉਸੇ ਯੂਨੀਵਰਸਿਟੀ ਦੇ ਅੰਡਰ ਕਾਲਜ ਸੁਨਾਮ, ਸ਼ਹੀਦ ਊਧਮ ਸਿੰਘ ਗਵਰਨਮੈਂਟ ਕਾਲਜ ਸੁਨਾਮ ਦੇ ਅੰਡਰ ਮੈਂ ਯੂਥ ਫੈਸਟੀਵਲਾਂ 'ਚ ਮੈਂ ਯੂਨੀਵਰਸਿਟੀ 'ਚ ਬਹੁਤ ਜਾਂਦਾ ਰਿਹਾ। ਬੜੇ ਕਮਾਲ ਦੀ ਯੂਨੀਵਰਸਿਟੀ ਔਰ ਬੜੇ ਬੜੇ ਕਲਾਕਾਰ ਪੰਜਾਬੀ ਯੂਨੀਵਰਸਿਟੀ ਨੇ ਪੈਦਾ ਕੀਤੇ। ਗੁਰਦਾਸ ਮਾਨ ਸਾਹਿਬ, ਬੜੇ ਬੜੇ ਹੋਰ ਰਾਈਟਰ, ਬੜੇ ਬੜੇ ਜਿਹੜੇ ਥੀਏਟਰ ਵਾਲੇ, ਬੜੇ ਬੜੇ ਆਰਟਿਸਟ ਪੰਜਾਬੀ ਯੂਨੀਵਰਸਿਟੀ ਨੇ ਪੈਦਾ ਕੀਤੇ। ਪਰ ਹਾਲਾਤ ਇਹ ਹੋ ਗਏ ਕਿ ਕਰਜ਼ੇ ਹੇਠ ਹੈ। ਅਨਾਉਂਸ ਕਰ ਦਿੰਦੇ ਸੀ, ਮਿਲਦਾ ਕੁਛ ਹੈ ਨਹੀਂ ਸੀ। ਜੇ ਵਿੱਦਿਆ ਹੀ ਕਰਜ਼ੇ ਹੇਠ ਆ ਗਈ, ਫਿਰ ਸਰ ਆਪਾਂ ਕੀ ਕਰ ਰਹੇ ਹਾਂ ਫਿਰ ਇੱਥੇ ਬਹਿ ਕੇ ਇੱਥੇ? ਜੇ ਸਾਡੀ ਐਜੂਕੇਸ਼ਨ ਕਰਜ਼ੇ ਹੇਠ ਹੈ, ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਵਿੱਦਿਆ ਮਨੁੱਖ ਦਾ ਤੀਜਾ ਨੇਤਰ ਇਹ ਕਿਹਾ ਜਾਂਦਾ ਹੈ। ਜੇ ਤੀਜਾ ਨੇਤਰ ਹੀ ਤੁਸੀਂ ਬੰਦ ਕਰ ਰੱਖਿਆ, ਫਿਰ ਤੁਸੀਂ ਐਜੂਕੇਸ਼ਨ ਵੱਲ ਧਿਆਨ ਹੀ ਨਹੀਂ ਦੇ ਰਹੇ। ਸਕੂਲਾਂ ਦਾ ਜਿਹੜਾ ਹਾਲ ਹੈ, ਜੋ ਸਰਕਾਰੀ ਸਕੂਲਾਂ ਦਾ ਔਰ ਪ੍ਰਾਈਵੇਟ ਸਕੂਲਾਂ ਦਾ ਗੈਪ ਹੈ, ਉਹ ਜੇ ਪੂਰੇ ਹੀ ਨਹੀਂ ਕਰ ਸਕਦੇ ਤੁਸੀਂ, ਜਿਵੇਂ ਦਿੱਲੀ ਦੇ ਵਿੱਚ ਕਰਤਾ, 4 ਲੱਖ ਬੱਚਾ ਦਿੱਲੀ ਦੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਮਾਪਿਆਂ ਨੇ 4 ਲੱਖ ਬੱਚਾ ਸਰਕਾਰੀ ਸਕੂਲਾਂ ਚ ਲਾਤਾ, ਕਿਉਂਕਿ ਐਜੂਕੇਸ਼ਨ ਬਦਲ ਗਈ। ਇੱਥੇ ਕੀ ਹੈ? ਇੱਥੇ ਅਸੀਂ ਉਹਨਾਂ ਨੂੰ ਮਾਰਕੀਟ ਬਣਾ ਕੇ ਦਿੰਦੇ ਆ। ਇਹ ਤੋਂ ਪਹਿਲਾਂ ਨਹੀਂ ਸਰਕਾਰਾਂ ਕੀ ਕਰਦੀਆਂ ਰਹੀਆਂ ਨੇ? ਮਾਰਕੀਟ ਬਣਾ ਕੇ ਦਿੰਦੀਆਂ ਨੇ। ਲਓ ਜੀ, ਸਰਕਾਰੀ ਹਸਪਤਾਲਾਂ 'ਚ ਇਲਾਜ ਅਸੀਂ ਕਰਤਾ ਬੰਦ, ਉੱਥੇ ਐਕਸਰੇ ਮਸ਼ੀਨਾਂ 'ਚ ਕਬੂਤਰਾਂ ਦੇ ਆਲਣੇ ਨੇ। ਆਓ ਜੀ ਪ੍ਰਾਈਵੇਟ ਵਾਲਿਓ, ਤੁਹਾਨੂੰ ਮਾਰਕੀਟ ਦੇਤੀ ਅਸੀਂ। ਉਹ ਆ ਗਏ ਸ਼ੀਸ਼ਿਆਂ ਵਾਲੇ 5 ਸਟਾਰ ਹਸਪੀਟਲ, ਉਹਨਾਂ ਦੇ ਮਾਲਕਾਂ ਨਾਲ ਹਿੱਸੇ ਪਾ ਲਏ। ਗਰੀਬਾਂ ਨੂੰ ਕੀ ਕਿਹਾ? ਇਲਾਜ ਕਰਾਉਣ ਤਾਂ ਇੱਥੇ ਦਿਓ, ਪੈਸੇ ਦਿਓ, ਨਹੀਂ ਮਰਨਾ ਤਾਂ ਮਰੋ। ਸੇਮ ਹੀ ਐਜੂਕੇਸ਼ਨ 'ਚ। ਲਓ ਜੀ, ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਸਿਸਟਮ ਅਸੀਂ ਕਰਤਾ ਖਤਮ। ਆਓ ਵੀ ਪ੍ਰਾਈਵੇਟ ਵਾਲਿਓ, ਆਹ ਵੱਡੀਆਂ ਵੱਡੀਆਂ ਬਿਲਡਿੰਗਾਂ AC ਵਾਲੇ, ਆਹ ਤਾਂ ਬਹੁਤ ਛੋਟੀ ਹੈ ਬਿਲਡਿੰਗ, ਅਡੂ ਬਦੇ ਤਾਂ ਉਹਨਾਂ ਦੇ ਥੀਏਟਰ ਨੇ। ਆਓ ਜੀ, ਫੀਸ ਦਿਓ ਇੰਨੀ, ਬੱਚੇ ਪੜਾਉਣੇ ਪੜਾਓ, ਨਹੀਂ 9ਵੀਂ 10ਵੀਂ ਕਰਾ ਕੇ ਚਲੋ ਆਟਾ ਦਾਲ ਸਕੀਮ ਚ ਆਓ, ਅਸੀਂ ਠੇਕਾ ਨਹੀਂ ਲਿਆ ਤੁਹਾਡਾ। ਪਬਲਿਕ ਨੂੰ ਇੰਨਾ ਮਤਲਬ ਕਿਸਮਤ ਤੇ ਛੱਡ ਦਿੱਤਾ ਗਿਆ, ਬੇਸਹਾਰਾ ਛੱਡ ਦਿੱਤਾ ਗਿਆ। ਆਹੀ ਦੁੱਖ ਲੈ ਕੇ ਰਾਜਨੀਤੀ ਚ ਆਏ ਜੀ। ਬਹੁਤ ਵਧੀਆ ਲੈਵਲ ਤੇ ਮੈਂ ਕਲਾਕਾਰੀ ਦੇ ਵਿੱਚ ਸੀਗਾ, ਮੈਨੂੰ ਕੀ ਲੋੜ ਸੀ ਸਰਕਾਰਾਂ ਨਾਲ ਮੱਥਾ ਲਾਉਣ ਦੀ? ਮੈਨੂੰ ਕੀ ਲੋੜ ਸੀਗੀ ਜਾ ਕੇ ਗਲੀਆਂ 'ਚ ਆਲੋਚਨਾਵਾਂ ਝੱਲਣ ਦੀ ਵਿਰੋਧੀ ਪਾਰਟੀਆਂ ਦੀ? ਕਰੀ ਜਾਂਦਾ ਮੈਂ ਵੀ ਕੰਮ। ਪਰ ਮੇਰੇ ਦਿਲ 'ਚ ਇੱਕ ਤਮੰਨਾ ਅੱਜ ਵੀ ਹੈ, ਅੱਗ ਅੱਜ ਵੀ ਬਲਦੀ ਹੈ ਕਿ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਲੋਕਾਂ ਦੇ ਚੁੱਲ੍ਹਿਆਂ 'ਚ ਅੱਗ ਮੱਚਦੀ ਹੋਵੇ। ਚੁੱਲ੍ਹਿਆਂ ਦੀ ਅੱਗ ਬੁਝ ਗਈ, ਮਾਰੇ ਗਏ ਗਰੀਬੀਆਂ ਨਾਲ, ਮਹਿੰਗਾਈਆਂ ਨਾਲ, ਬੇਰੁਜ਼ਗਾਰੀਆਂ ਨਾਲ।
ਅਸੀਂ ਕਿਹੜੇ ਮੂੰਹ ਨਾਲ ਹਸਾਈਏ? ਫਿਰ ਸਮਾਜ ਹੱਸੂਗਾ ਵੀ ਉਦੋਂ ਜਦੋਂ ਉਹਦੇ ਕੋਲੇ ਹੱਸਣ ਵਾਲੇ ਹਾਲਾਤ ਹੋਣਗੇ। ਸਰ ਇੱਥੇ ਬਹਿ ਕੇ 5-5 ਸਾਲ ਆਪਦੇ ਮਹਿਲਾਂ 'ਚ ਫਿਰ ਆ ਕੇ ਚਲੇ ਜਾਂਦੇ, ਇੱਕ ਮੌਕਾ ਹੋਰ ਦਿਓ ਜੀ। ਲੋਕ ਮੌਕੇ ਦਿੰਦੇ ਥੱਕ ਗਏ, ਬਸ ਕਰੋ ਜੀ ਹੁਣ ਨਾ ਜੀ, ਇੱਕ ਮੌਕਾ ਹੋਰ ਦਿਓ। ਹੁਣ ਜੇ ਕੁਝ ਕਰਨਾ ਹੋਵੇ ਨਾ, ਜੇ ਨੀਅਤ ਸੱਚੀ ਹੋਵੇ ਨਾ ਸਪੀਕਰ ਸਾਹਿਬ, ਇੱਕ ਮੌਕੇ 'ਚ ਹੀ ਹੋ ਸਕਦਾ ਹੈ। ਇਸ ਮੌਕੇ 'ਚ ਅਸੀਂ ਕਰਕੇ ਦਿਖਾਵਾਂਗੇ ਤੁਹਾਨੂੰ। ਮੈਂ ਜਦੋਂ ਸੰਗਰੂਰ ਦੀ ਇਲੈਕਸ਼ਨ 14 'ਚ ਲੜੀ ਸਪੀਕਰ ਸਾਹਿਬ, ਮੈਂ ਜਿਹੜਾ ਪੋਸਟਰ ਛਾਪਿਆ ਉਹ ਤੇ ਮੈਨੂੰ ਹੱਥ ਬੰਨ ਕੇ ਫੋਟੋ, ਜਿਵੇਂ ਆਮ ਤੌਰ ਤੇ ਹੁੰਦੀ, ਹੱਥ ਬੰਨ ਕੇ ਮੈਨੂੰ ਫੋਟੋ ਖਿਚਾਉਣੀ ਪਈ। ਤੇ ਨਾਲ ਨਾਲ ਮੈਂ ਇਹ ਵੀ ਅਨਾਉਂਸ ਕਰਦਾ ਰਿਹਾ, ਨਾਲ ਪੋਸਟਰ ਲੈ ਕੇ ਜਾਂਦਾ ਸੀ ਕਿ ਮੇਰੀ ਫੋਟੋ ਹੈ, ਹੱਥ ਬੰਨੇ ਹੋਏ ਨੇ, ਮਿੰਨਤਾਂ ਨੇ, ਅਪੀਲ ਹੈ ਤੁਹਾਨੂੰ ਕਿ ਇੱਕ ਵਾਰੀ ਚੈੱਕ ਤਾਂ ਕਰ ਲਓ। ਲੋਕ ਕਹਿੰਦੇ ਠੀਕ ਹੈ। ਮੈਂ ਕਿਹਾ ਪਰ ਇੱਕ ਹੋਰ ਵਾਅਦਾ ਕਰਦਾ ਨਾਲ, ਜੇ 19 'ਚ ਵੀ ਮੈਨੂੰ ਹੱਥ ਬੰਨ ਕੇ ਫੋਟੋ ਖਿਚਾਉਣੀ ਪੈਗੀ ਨਾ, ਲੱਖ ਲਾਹਨਤ ਹੈ ਫਿਰ ਮੇਰੀ ਰਾਜਨੀਤੀ ਤੇ। ਅਗਲੀ ਵਾਰ 19 'ਚ ਫੋਟੋ ਐ ਸੀ ਸਰ, ਕੰਮ ਬੋਲਦੇ ਸੀ 5 ਸਾਲਾਂ 'ਚ। ਸੋ ਇੱਕ ਮੌਕਾ ਬਹੁਤ ਹੁੰਦਾ ਹੈ। ਉੱਥੇ 5-5 ਵਾਰੀ 7-7 ਵਾਰੀ MLA ਬਣ ਗਏ, ਚੇਅਰਮੈਨ, ਪਤਾ ਨਹੀਂ ਕੀ, ਘਰ ਦੇ ਦਿਓ ਜੀ, ਘਰ ਨੂੰ ਹਾਰ ਤਾਂ ਗਏ ਪਰ ਘਰ ਕਿਵੇਂ ਬਚਾਈਏ, ਇਹਦਾ ਮੈਨੂੰ ਖਾਦੀ ਬੋਰਡ ਚਲਾ ਦਿਓ ਜੀ। ਕਮਾਲ ਹੈ ਜੀ। ਜੇ ਤੁਸੀਂ ਇੰਨਾ ਲੁੱਟ ਕੇ ਵੀ ਚੰਡੀਗੜ੍ਹ 'ਚ ਹਜੇ ਤੱਕ ਘਰ ਨਹੀਂ ਬਣਾ ਸਕੇ, ਉਹ ਵੀ ਹਜੇ ਸਰਕਾਰ ਦੇਵੇ, ਇਹ ਤਾਂ ਫਿਰ ਚੈੱਕ ਕਰਨ ਵਾਲੀ ਗੱਲ ਹੈ ਸਰ। ਫਿਰ ਕਰਾਂਗੇ ਚੈੱਕ ਇਸ ਤਾਂ। ਜਿਨ੍ਹਾਂ ਨੇ ਮਹਿਲ ਬਣਾਉਣੇ ਉਹ ਵੀ ਕਹਿੰਦੇ ਨੇ ਇੱਕ ਫਲੈਟ ਤਾਂ ਦੇ ਦਿਓ ਜੀ। ਲੈ ਹਾਂ, ਜਿਹੜਾ ਡਿਜ਼ਰਵ ਕਰਦਾ ਦੇਵਾਂਗੇ, ਕੋਈ ਪ੍ਰੋਬਲਮ ਨਹੀਂ। ਜਿਹੜਾ ਡਿਜ਼ਰਵ ਕਰਦਾ ਸੰਵਿਧਾਨ ਮੁਤਾਬਕ ਅਸੀਂ ਉਹਨਾਂ ਨੂੰ ਘਰ, ਅਸੀਂ ਬੇਘਰੇ ਨਹੀਂ ਰੱਖਣੇ। ਹੋ ਲਾਈਵ ਦੀ ਫੈਸਿਲਿਟੀ ਕਿਹਾ ਸੀ ਸਰ, ਚੱਲ ਰਿਹਾ ਨਾ ਲਾਈਵ, ਤੁਸੀਂ ਆਪਣੀ ਵੀਡੀਓ ਦੇਖ ਲੈਂਦੇ ਹੋ ਨਾ। ਇਸ ਵਕਤ ਬਹੁਤ ਸਾਰੇ ਚੈਨਲਾਂ ਤੇ ਵੀ ਲਾਈਵ ਚੱਲ ਰਿਹਾ। ਹੁਣ ਸਾਡੇ ਜਿਹੜੇ MLA ਨੇ ਉਹ ਸਾਡੀ ਸਰਕਾਰ ਤੇ ਸਵਾਲ ਕਰ ਸਕਦੇ ਨੇ, ਇਹ ਡੈਮੋਕ੍ਰੇਸੀ ਹੈ, ਕਰ ਸਕਦੇ ਨੇ, ਉਹਨਾਂ ਦਾ ਹੱਕ ਹੈ। ਪਹਿਲਾਂ ਤਾਂ ਸਿਫਾਰਿਸ਼ ਲਾਉਣੀ ਪੈਂਦੀ ਸੀ ਵੀ ਯਾਰ ਥੋੜਾ ਜਿਹਾ ਕਢਾ ਦਿਓ ਯਾਰ, ਜਿਹਨੇ ਕੀ ਕਿਹਾ ਸੀ, ਇਹਨੇ ਕੀ ਕਿਹਾ ਸੀ। ਹੁਣ ਸਿੱਧਾ ਜੀ ਪਾਰਦਰਸ਼ੀ, ਲੋਕਾਂ ਨੂੰ ਦੇਖਣ ਦਿਓ, ਪੰਜਾਬ ਦੇ ਲੋਕਾਂ ਨੂੰ, ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਕੀ ਬੋਲਦੇ ਨੇ ਦੇਖਣ ਦਿਓ। ਸੋ ਇਹ ਵੱਡੀ ਚੇਂਜ ਹੈ ਸਰ, ਕਿਉਂਕਿ ਅਸੀਂ ਰੋਡ ਮੈਪ ਦਿੱਤਾ ਇੱਕ ਕਿ ਅਸੀਂ ਆਹ ਕਰਾਂਗੇ। ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ। ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫ਼ਰਾਂ ਦਾ। ਅਸੀਂ ਨਕਸ਼ਾ ਬਣਾ ਕੇ ਤੁਰੇ ਹੋਏ ਹਾਂ, ਮੰਜ਼ਿਲ ਤੇ ਪਹੁੰਚਾਂਗੇ ਜ਼ਰੂਰ। ਇਦੋਂ ਪਹਿਲਾਂ ਤਾਂ ਮੰਜ਼ਿਲ ਹੀ ਹੈ ਨਹੀਂ ਸੀ, ਕੋਈ ਉੱਧਰ ਨੂੰ ਫਿਰਦਾ, ਕੋਈ ਉੱਧਰ ਨੂੰ ਫਿਰਦਾ, 4 ਇੱਧਰਲੇ ਧੜੇ ਦੇ ਨੇ, 5 ਇੱਧਰਲੇ ਧੜੇ ਦੇ ਨੇ, ਉੱਥੇ ਲੜਾਈਆਂ, ਇਹਨੂੰ ਬਦਲ ਦਿਓ, ਆਹ ਨਾ ਬਦਲੋ, ਆਹ ਕਰ ਲਓ। ਲੋਕ ਕਹਿੰਦੇ ਅਸੀਂ ਇਸ ਗੱਲ ਤੋਂ ਕੀ ਲੈਣਾ ਯਾਰ, ਸਾਡਾ ਕੰਮ ਤਾਂ ਕੋਈ ਕਰ ਦਿਓ। ਸੋ ਇਸ ਕਰਕੇ ਅਸੀਂ ਨਕਸ਼ਾ ਬਣਾ ਕੇ ਚੱਲੇ ਹੋਏ ਹਾਂ। ਔਰ ਮੈਂ ਸਮਝ ਸਕਦਾ ਦਰਦ ਮੇਰੇ ਆਪੋਜੀਸ਼ਨ ਦੇ ਸਤਿਕਾਰਯੋਗ ਮੈਂਬਰਾਂ ਦਾ, ਮੈਂ ਦਰਦ ਸਮਝ ਸਕਦਾ। ਡਾਕਟਰ ਉਹੀ ਵਧੀਆ ਹੁੰਦਾ ਜਿਹੜਾ ਨਬਜ਼ ਦੇਖ ਕੇ ਦੱਸਦਾ ਵੀ ਆਹ ਟੈਸਟ ਕਰਾਉਣੇ ਪੈਣਗੇ। ਦਰਦ ਖਾਸਾ ਡੂੰਘਾ ਹੈ ਇਸ ਵਾਰ, ਕਿਉਂਕਿ ਖਾਸਾ ਲੰਬਾ ਚੱਲੂਗਾ ਇਹ। ਪਹਿਲਾਂ ਤਾਂ ਪਤਾ ਹੀ ਹੁੰਦਾ ਸੀ ਅਗਲੀ ਵਾਰ ਨਹੀਂ, ਆਪਣੀ ਵਾਰੀ ਹੈ, ਬਹਿ ਜਾਓ ਆਰਾਮ ਨਾਲ, 6 ਮਹੀਨੇ ਪਹਿਲਾਂ ਨਿਕਲਾਂਗੇ, ਆਪਣੀ ਵਾਰੀ ਹੈ। ਹੁਣ ਉਹ ਵਾਰੀਆਂ ਟੁੱਟ ਗਈਆਂ ਸਰ। ਹੁਣ ਇਸ ਵਾਰੀ ਦੇ ਵਿੱਚ ਵੜਨ ਵਾਸਤੇ ਬਹੁਤ ਵੱਡੀ ਹਿੰਮਤ ਦਿਖਾਉਣੀ ਪਊਗੀ, ਬਹੁਤ ਵੱਡੀ ਇਮਾਨਦਾਰੀ ਤੇ ਬਹੁਤ ਵੱਡੀ ਪਾਰਦਰਸ਼ਤਾ ਦਿਖਾਉਣੀ ਪਊਗੀ। ਖੂਹ ਦੇ ਵਾਂਗੂ ਮੁਹਤਾਜ ਨਹੀਂ ਹੁੰਦਾ, ਖੂਹ ਦੇ ਵਾਂਗੂ ਮੁਹਤਾਜ ਨਹੀਂ ਹੁੰਦਾ ਲਾਉਣ ਵਾਲੇ ਦਾ। ਚਸ਼ਮਾ ਜਿਹੜਾ ਧਰਤੀ ਚੀਰ ਕੇ ਫੁੱਟਿਆ ਹੁੰਦਾ, ਕਿ ਖੂਹ ਤਾਂ ਕਿਸੇ ਨੇ ਲਾਇਆ ਹੁੰਦਾ, ਉਹਨੂੰ ਬਣਾਇਆ ਹੁੰਦਾ। ਖੂਹ ਦੇ ਵਾਂਗੂ ਮੁਹਤਾਜ ਨਹੀਂ ਹੁੰਦਾ ਲਾਉਣ ਵਾਲੇ ਦਾ ਚਸ਼ਮਾ, ਜਿਹੜਾ ਧਰਤੀ ਦੀ ਹਿੱਕ ਚੀਰ ਕੇ ਫੁੱਟਿਆ ਹੁੰਦਾ ਹੈ। ਉਹ ਮੇਲਾ ਬਹੁਤ ਦੇਖਣਾ ਔਖਾ ਹੋ ਜਾਂਦਾ ਹੈ ਜਿਹੜਾ ਬੰਦੇ ਨੇ ਕਦੇ ਆਪ ਲੁੱਟਿਆ ਹੁੰਦਾ ਹੈ।
ਆਹ ਹਾਲਤ ਹੈ ਸਰ। ਹੁਣ ਮੇਲਾ ਦੇਖਣਾ ਪੈ ਰਿਹਾ, ਲੁੱਟੀ ਕੋਈ ਹੋਰ ਜਾਂਦਾ ਹੈ, ਦੁੱਖ ਬਾਹਰ ਆਉਂਦਾ ਫਿਰ ਦੁੱਖ। ਸੋ ਇਸ ਕਰਕੇ ਸਰਕਾਰ ਕੋਲੇ 92 MLAs ਦਾ ਮੈਂਡੇਟ ਹੈ। ਅਸੀਂ ਮੈਂਡੇਟ ਮੁਤਾਬਕ ਕੰਮ ਕਰਾਂਗੇ। ਵਿਰੋਧ ਕਰਨ ਵਾਸਤੇ ਜੇ ਵਿਰੋਧ ਕਰਨਾ ਕਰੀ ਜਾਓ, ਸਾਨੂੰ ਉਹਦੀ ਕੋਈ ਅਸੀਂ ਪਰਵਾਹ ਨਹੀਂ ਕਰਦੇ, ਅਸੀਂ ਲੋਕਾਂ ਦੇ ਨਾਲ ਹਾਂ। ਔਰ ਸਾਰੇ ਪੁਆਇੰਟਸ ਜਿਹੜੇ ਨੇ ਅਮਨ ਜੀ ਨੇ ਸਾਡੇ ਬੁਲਾਰਿਆਂ ਨੇ ਸਾਰਿਆਂ ਨੇ FM ਸਾਹਮਣੇ ਸਾਰੇ ਦੱਸਤੇ ਨੇ ਕਿ ਕਿੰਨਾ ਕਿੰਨਾ, ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ। ਹਾਂ, ਮੈਂ 2 ਸ਼ੇਰ ਸੁਣਾਤੇ, ਇੱਥੋਂ ਮੈਨੂੰ ਯਾਦ ਆ ਗਿਆ। ਇਦੋਂ ਪਹਿਲਾਂ 5 ਸਾਲ ਬਜਟ ਘੱਟ ਹੁੰਦਾ ਸੀ, ਮੁਸ਼ਾਇਰਾ ਜ਼ਿਆਦਾ ਹੁੰਦਾ ਸੀ। ਸੋ ਸਾਡੇ ਤਾਂ FM ਨੇ ਸਿਰਫ ਇੱਕ ਸ਼ੇਰ ਬੋਲਿਆ ਆਪਣੀ ਸਾਰੀ ਸਪੀਚ 2 ਘੰਟਿਆਂ ਦੀ 'ਚ। ਸੋ ਹੈ ਜੀ, ਹਾਂ ਜੀ, ਤੁਹਾਡੇ ਵੀ ਤੁਹਾਨੂੰ ਤਾਂ ਪਿਆਰ ਹੀ ਬੜਾ ਮਿਲਿਆ ਉਧਰੋਂ। ਸੋ ਮੈਂ ਇਹ ਕਹਿਣਾ ਕਿ ਠੀਕ ਹੈ, ਸ਼ਾਇਰਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਲਿਖੀਆਂ ਹੋਈਆਂ ਨੇ। ਸਾਡੇ ਦਰਮਿਆਨ ਅੱਜ ਪੰਜਾਬੀ ਦੇ ਐਸੇ ਗੀਤਕਾਰ ਜਿਨ੍ਹਾਂ ਨੂੰ 3-4 ਪੀੜ੍ਹੀਆਂ ਸੁਣ ਸੁਣ ਕੇ ਵੱਡੀਆਂ ਹੋਈਆਂ, ਬਾਬੂ ਸਿੰਘ ਮਾਨ ਮਰਾੜਾ ਵਾਲੇ ਮੌਜੂਦ ਨੇ, ਰਾਈਟਰ ਵੀ ਨੇ ਔਰ ਰਾਜਨੀਤੀ ਨੂੰ ਸਮਝਦੇ ਨੇ। ਸੋ ਸ਼ਾਇਰਾਂ ਦਾ ਵੱਡਾ ਯੋਗਦਾਨ ਹੈ ਸਾਡੇ ਪੰਜਾਬ ਦੀ ਤਰੱਕੀ 'ਚ, ਕਲਾਕਾਰਾਂ ਦਾ, ਲੇਖਕਾਂ ਦਾ, ਬੁੱਧੀਜੀਵੀਆਂ ਦਾ, NGO ਵਾਲਿਆਂ ਦਾ। ਸੋ ਪੰਜਾਬ ਨੂੰ ਜੇ ਪੰਜਾਬ ਬਣਾਉਣਾ ਤਾਂ ਸਾਰਿਆਂ ਨੂੰ ਰਲ ਕੇ ਦੁਬਾਰਾ ਮੁੜ ਕੇ ਸਿਰ ਜੋੜ ਕੇ ਬੈਠਣਾ ਪਊਗਾ। ਮੈਂ ਤਾਂ ਜਿੱਥੋਂ ਵੀ ਮੈਨੂੰ ਸਲਾਹ ਮਿਲਦੀ ਹੈ ਮੈਂ ਲੈ ਲੈਂਦਾ। ਮੈਂ ਨਹੀਂ ਕਹਿੰਦਾ ਕਿ ਮੈਂ ਹੁਣ ਮੁੱਖ ਮੰਤਰੀ ਬਣ ਗਿਆ ਤੇ ਮੈਨੂੰ ਹੁਣ ਦੱਸਿਓ ਨਾ, ਬਸ ਮੈਂ ਹੀ ਦੱਸੂਗਾ ਤੁਹਾਨੂੰ। ਨੋ, ਸਿਖਿਆਰਥੀ ਬਣੋ, ਵਿਦਿਆਰਥੀ ਰਹੋ, ਕੀ ਪਤਾ ਇੱਕ ਛੋਟਾ ਜਿਹਾ ਬੱਚਾ ਇੱਕ ਕੋਈ ਕੰਮ ਦੀ ਗੱਲ ਦੱਸ ਜੇ। ਸੋ ਮੈਂ ਆਪੋਜੀਸ਼ਨ ਦੇ ਜਿੰਨੇ ਵੀ ਲੀਡਰ ਸਾਹਿਬਾਨ ਬੋਲੇ, ਕਮੀਆਂ ਵੀ ਦੱਸੀਆਂ ਉਹਨਾਂ ਨੇ। ਵਧੀਆ ਮਿੱਤਰ ਉਹੀ ਹੁੰਦਾ ਜੋ ਕਮੀ ਦੱਸੇ, ਪਰ ਜਿਹੜਾ ਕੱਲੀਆਂ ਕਮੀਆਂ ਦੱਸੇ ਫਿਰ ਉਹ ਮਿੱਤਰ ਨਹੀਂ ਹੁੰਦਾ। ਥੋੜਾ ਜਿਹਾ ਅਪਰੀਸ਼ੀਏਟ ਵੀ ਕਰਨਾ ਚਾਹੀਦਾ, ਯਾਰ ਆਹ ਤਾਂ ਠੀਕ ਹੈ ਪਰ ਇਹ ਚੋਂ ਆਹ ਠੀਕ ਨਹੀਂ। ਸੋ ਅਸੀਂ ਉਹ ਕੱਲੇ ਕੱਲੇ ਮੈਂਬਰ ਦੇ ਗ੍ਰੀਵੈਂਸਿਸ ਦਾ ਜਵਾਬ ਵੀ ਦਿੱਤਾ ਹੈ। ਔਰ ਮਾਲੀਆ ਵਧਾਉਣਾ ਹੈ, ਕਰਜ਼ਾ ਘਟਾਉਣਾ ਹੈ। ਦੇਖੋ, ਜੇ ਤੁਹਾਡਾ ਬੇਟਾ ਤੁਹਾਡੇ ਤੋਂ ਮੋਟਰਸਾਈਕਲ ਮੰਗਦਾ, ਜੇ ਤੁਸੀਂ ਹੈਗੇ ਹੋ ਕਪੈਸਿਟੀ 'ਚ ਵੀ ਲਾਣੇਦਾਰ ਹੋ ਤੁਸੀਂ, ਕਬੀਲਦਾਰ ਹੋ, ਤੇ ਹੈਗੀ ਹੈ ਮੋਟਰਸਾਈਕਲ ਲੈਣ ਦੀ ਕਪੈਸਿਟੀ, ਤਾਂ ਲੈ ਦਿਓਗੇ, ਉਹਦਾ ਸ਼ੌਕ ਪੂਰਾ ਹੋ ਜਾਊਗਾ। ਪਰ ਜੇ ਕਰਜ਼ਾ ਲੈ ਕੇ ਮੋਟਰਸਾਈਕਲ ਲੈ ਕੇ ਦਿਓਗੇ, ਸਮਝ ਲਓ ਘਰ ਬਰਬਾਦੀ ਵੱਲ ਤੋਰ ਲਿਆ ਤੁਸੀਂ। ਇਹੀ ਕਰਦੇ ਰਹੇ ਨੇ ਪਿਛਲੀਆਂ ਸਰਕਾਰਾਂ ਵਾਲੇ, ਕਰਜ਼ਾ ਲੈ ਕੇ ਅਸੀਂ ਕਰਜ਼ਾ ਨਹੀਂ ਲੈਣਾ, ਅਸੀਂ ਇੱਥੋਂ ਹੀ ਆਪਦੇ ਸਰੋਤਾਂ ਨੂੰ ਹੀ ਠੀਕ ਕਰਾਂਗੇ। 3400 ਕਰੋੜ ਰੁਪਇਆ ਸਾਡਾ ਐਕਸਾਈਜ਼ 'ਚੋਂ ਆਊਗਾ, ਮਾਈਨਿੰਗ 'ਚੋਂ ਆਊਗਾ, ਹੋਰ ਲੀਕੇਜ ਬੰਦ ਹੋਊਗੀ, ਤੇ GST 'ਚੋਂ ਅਸੀਂ ਅੱਜ ਨਿਰਮਲਾ ਸੀਤਾਰਮਨ ਜੀ ਉੱਥੇ ਆਏ ਹੋਏ ਸੀ, ਮੈਂ ਵੀ ਗਿਆ ਸੀ ਉੱਥੇ। ਸੋ ਬਹੁਤ ਸਾਰਾ ਪੈਸਾ ਅਸੀਂ ਲਿਆਵਾਂਗੇ ਤੇ ਉਹੀ ਪੈਸਾ ਲੋਕਾਂ ਤੇ ਲਾਵਾਂਗੇ। ਇਸ ਕਰਕੇ ਇਹ ਗੱਲ ਪੁੱਛਣ ਦੀ ਆਦਤ ਛੱਡ ਦੇਣੀ ਚਾਹੀਦੀ ਹੈ ਹੁਣ ਵਿਰੋਧੀ ਪਾਰਟੀਆਂ ਨੂੰ ਕਿ ਪੈਸਾ ਕਿੱਥੋਂ ਲਿਆਓਗੇ, ਪੈਸਾ ਕਿੱਥੋਂ ਲਿਆਓਗੇ। ਕਾਫੀ ਪੈਸਾ ਤਾਂ ਇਹਨਾਂ 'ਚੋਂ ਹੀ ਆਊਗਾ, ਕਾਫੀ ਪੈਸਾ ਪਿਆ ਇਹਨਾਂ ਕੋਲ, ਆਊਗਾ। ਲੱਗੇ ਹੋਏ ਆ, ਕਾਗਜ਼ ਕੱਢਣ ਲੱਗੇ ਹੋਏ ਆ। ਜਦੋਂ ਅਸੀਂ ਕੋਈ ਪਤਾ ਲੱਗਦਾ, ਪਹਿਲੀ ਗੱਲ ਤਾਂ ਇਹ ਅਸੀਂ ਕਿਸੇ ਦਾ ਨਾਂ ਨਹੀਂ ਲਿਆ, ਲੈ 2-3 ਐਵੇਂ ਹਾਈ ਕੋਰਟ ਜਾ ਵੜੇ, ਕਹਿੰਦੇ ਸਾਨੂੰ ਫੜਨ ਤੋਂ ਪਹਿਲਾਂ 7 ਦਿਨ ਪਹਿਲਾਂ ਦੱਸਿਓ ਜੀ। ਲੈ ਉਹਨਾਂ ਸਾਨੂੰ ਯਾਦ ਕਰਾਤਾ, ਅੱਛਾ ਇਹਨੂੰ ਫੜੋਗੇ ਯਾਰ, ਇਹ ਕੀ ਕਰਦਾ ਕੀ ਰਿਹਾ। ਸੋ ਚੋਰ ਦੇ ਦਿਲ 'ਚ ਪਾਲਾ ਹੁੰਦਾ ਜੀ, ਪਹਿਲਾਂ ਹੀ ਜਾ ਕੇ ਹਾਈ ਕੋਰਟ ਨੂੰ ਕਹਿੰਦੇ ਨੇ, ਹਾਈ ਕੋਰਟ ਕਹਿੰਦੀ ਤੈਨੂੰ ਕਿਹਨੇ ਫੜਿਆ, ਕਿਹੜੀ FIR ਦੱਸ ਲਿਆ, ਦੱਸ। ਸੋ ਇਸ ਕਰਕੇ ਉਹ ਗੱਲ ਸੀਗੀ ਕਿ ਇੱਕ ਘਰ ਦੇ ਵਿੱਚ ਚੋਰੀ ਹੋ ਗਈ, ਤਾਂ ਉਹਨੇ ਬੋਰੀ 'ਚ ਭਾਂਡੇ ਪਾਏ ਚੋਰ ਨੇ ਤੇ ਕੰਧ ਤੇ ਰੱਖ ਲਏ। ਕੰਧ ਟੱਪਣ ਲੱਗਿਆ ਤਾਂ ਬੋਰੀ ਘਰ ਵਾਲੇ ਪਾਸੇ ਡਿੱਗ ਪਈ, ਆਪ ਇੱਧਰਲੇ ਪਾਸੇ ਡਿੱਗ ਪਿਆ, ਭੱਜ ਗਿਆ, ਰੌਲਾ ਪੈ ਗਿਆ।
ਸਵੇਰ ਨੂੰ ਇਕੱਠ ਹੋ ਗਿਆ ਪੰਚਾਇਤ ਦਾ, ਤਾਂ ਕੋਈ ਕਹਿੰਦੇ ਕਿਵੇਂ ਕੀਤੀ ਹੋ ਚੋਰੀ, ਕਿਵੇਂ? ਹੁਣ ਜਿਹੜਾ ਚੋਰ ਸੀ ਉਹ ਵੀ ਉੱਥੇ ਆ ਗਿਆ ਇਕੱਠ 'ਚ। ਉਹ ਕਹਿੰਦਾ ਮੈਂ ਦੱਸਦਾ ਕਿਵੇਂ ਕੀਤੀ ਹੋ ਚੋਰੀ। ਕਹਿੰਦਾ ਪਹਿਲਾਂ ਤਾਂ ਉਹਨੇ ਬੋਰੀ ਵਿਛਾਈ ਹੋਊ ਇੱਥੇ, ਉਦੋਂ ਬਾਅਦ ਉਹਨੇ ਭਾਂਡੇ ਪਾਏ ਹੋਣੇ ਵਿੱਚ, ਪਹਿਲਾਂ ਥਾਲ ਪਾਏ ਹੋਣੇ, ਫਿਰ ਪਤੀਲੇ, ਕਾਕਾ ਭਾਂਡੇ ਪਾ ਕੇ ਨਾ ਬੋਰੀ ਬੰਨ ਲਈ ਹੋਣੀ। ਅੱਛਾ, ਬੋਰੀ ਬੰਨ ਕੇ ਕਹਿੰਦਾ ਉਹਨੇ ਚੱਕ ਲਈ ਹੋਣੀ ਮੋਢੇ ਤੇ। ਅੱਛਾ, ਫਿਰ ਉਹਨੇ ਕੰਨ ਤੇ ਧਰਤੀ ਹੋਣੀ। ਅੱਛਾ, ਫਿਰ ਕੰਨ ਤੇ ਧਰ ਕੇ ਜਦੋਂ ਕਹਿੰਦਾ ਉਹਨੇ ਪਰਲੇ ਪਾਸੇ ਆਪ ਉੱਤਰ ਕੇ ਬੋਰੀ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ, ਬੋਰੀ ਇੱਧਰ ਡਿੱਗ ਪਈ, ਮੈਂ ਇੱਧਰ ਰਹਿ ਗਿਆ। ਉਹਨੇ ਆਪ ਹੀ ਦੱਸਤਾ ਮੈਂ। ਉਹ ਕਹਿੰਦੇ ਆ ਜਾ ਫਿਰ। ਸੋ ਉਹ ਗੱਲ ਹੈ ਕਿ ਮੈਨੂੰ ਫੜਨਗੇ ਹੁਣੇ, ਇਹ ਆਪ ਹੀ ਦੱਸੀ ਜਾਂਦੇ ਆ, ਕਿਉਂਕਿ ਚੋਰੀਆਂ ਇੰਨੀਆਂ ਕੀਤੀਆਂ ਹੋਈਆਂ ਨੇ, ਖਜ਼ਾਨਾ ਹੀ ਇੰਨਾ ਲੁੱਟਿਆ ਹੋਇਆ ਕਿ ਸੰਭਾਲਿਆ ਨਹੀਂ ਗਿਆ। ਜਿਵੇਂ ਪਹਿਲਾਂ ਵੀ ਕਿਹਾ ਗਿਆ, ਕੋਈ ਬਿਊਰੋਕਰੇਟ ਹੋਵੇ, ਕੋਈ ਪੋਲੀਟੀਕਲ ਰਸੂਖਦਾਰ ਬੰਦਾ ਹੋਵੇ, ਸਾਬਕਾ ਹੋਵੇ, ਮੌਜੂਦਾ ਹੋਵੇ, ਸਾਡਾ ਹੋਵੇ, ਉਧਰੋਂ ਹੋਵੇ। ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਹੈ। ਅੱਜ ਦੇ ਦਿਨ ਮੈਂ ਹਾਊਸ ਨੂੰ ਕਹਿ ਰਿਹਾ, ਹਾਂ ਵੋਟਾਂ ਬਹੁਤ ਲਈਆਂ ਗਈਆਂ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ। ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੀ ਸੀ? ਮਹਾਰਾਜਾ ਰਣਜੀਤ ਸਿੰਘ ਜੀ ਭੇਸ ਬਦਲ ਕੇ ਲੋਕਾਂ ਦੇ ਘਰ ਜਾ ਕੇ ਕੰਨ ਲਾ ਕੇ ਸੁਣਦੇ ਸੀ ਗੱਲਾਂ ਕਿ ਮੇਰੀ ਪਰਜਾ ਕਿਤੇ ਮੇਰੇ ਤੋਂ ਬਾਅਦ ਦੁਖੀ ਤਾਂ ਨਹੀਂ, ਕਿਹੜੀ ਗੱਲੋਂ ਦੁਖੀ ਹੈ, ਮੈਂ ਉਹ ਹੱਲ ਕਰਦਾ। ਉਹ ਵੀ ਰਹੇ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਣ ਵਾਲੇ, ਉਹ ਵੀ ਕੰਧਾਂ ਕੋਲੇ ਕੰਨ ਲਾ ਕੇ ਸੁਣਦੇ ਰਹੇ। ਪਰ ਇਹ ਸੁਣਦੇ ਰਹੇ ਕਿਸੇ ਦੇ ਘਰੇ ਕੋਈ 4 ਰੁਪਏ 5 ਰੁਪਏ ਰਹੇ ਤਾਂ ਨਹੀਂ, ਕਿਸੇ ਦੇ ਘਰੇ ਨਸ਼ਾ ਕਨੀਓ ਕੋਈ ਸਮੈਕ ਭੇਜਣ ਕਨੀਓ ਕੋਈ ਘਰ ਬਚ ਤਾਂ ਨਹੀਂ ਗਿਆ। ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਹੈ, ਜਿਨ੍ਹਾਂ ਦੇ ਰਾਜ ਬਾਰੇ ਕਿਹਾ ਜਾਂਦਾ ਸੀ ਕਿ ਜੇ ਕੁੱਤੇ ਦੇ ਗਲ 'ਚ ਕੈਂਠਾ ਪਾ ਦੋਗੇ ਸੋਨੇ ਦਾ, ਸਵੇਰ ਨੂੰ ਉਸੇ ਕੁੱਤੇ ਦੇ ਗਲੋਂ ਕੈਂਠਾ ਮਿਲਦਾ ਸੀਗਾ। ਸਾਰਾ ਆਹ ਰਾਜ ਸੀ ਉਹਨਾਂ ਦਾ। ਸੋ ਅਸੀਂ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਇਹ ਪਵਿੱਤਰ ਹਾਊਸ ਨੂੰ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਉਹਨਾਂ ਵਰਗਾ ਨਹੀਂ ਰਾਜ ਦੇ ਸਕਦੇ। ਉਹ ਤਾਂ ਬਹੁਤ ਵੱਡੇ ਜਰਨੈਲ ਸੀ ਜੀ, ਕਿੱਡੀਆਂ ਕਿੱਡੀਆਂ ਲੜਾਈਆਂ ਉਹਨਾਂ ਨੇ ਲੜੀਆਂ, ਪਰ ਹਾਂ ਉਹਨਾਂ ਦੇ ਕਦਮਾਂ ਤੇ ਚੱਲਾਂਗੇ, ਚਾਹੇ ਸਾਡਾ ਚਾਹੇ ਕਿੰਨਾ ਜਿਹੜਾ ਮਰਜ਼ੀ ਹੈ, ਜਿਹੜਾ ਵੀ ਰਸੂਖਦਾਰ ਹੈ, ਕੋਈ ਫਰਮਾਇਸ਼ ਹੋ, ਅਸੀਂ ਨਹੀਂ ਮੰਨਣੀ, ਕਾਰਵਾਈ ਹੋਊਗੀ। ਇਹਦਾ ਮਤਲਬ ਇਹ ਨਹੀਂ ਹੈਗਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿਸੇ ਵੱਡੀ ਸੱਤਾਧਾਰੀ ਪਾਰਟੀ ਸ਼ਾਮਲ ਹੋ ਕੇ ਤੁਸੀਂ ਬਚ ਜਾਓਗੇ, ਹੈ ਨਾ? ਉਹਦੇ ਨਾਲ ਕੀ ਸੰਬੰਧ ਹੈ ਜੀ? ਉਹ ਤੁਹਾਡਾ ਆਪਣਾ ਨਿੱਜੀ ਫੈਸਲਾ। ਉਧਰੋਂ ਵੀ ਆਉਣਗੇ ਇੱਧਰ ਨੂੰ, ਜੇਲ੍ਹਾਂ ਵਾਲੇ ਪਾਸੇ ਨੂੰ। ਔਰ ਵਧੀਆ ਗੱਲ ਕਹੀ, ਬਾਜਵਾ ਸਾਹਿਬ ਬਹੁਤ ਸੀਨੀਅਰ ਨੇ ਔਰ ਦੂਰ ਦ੍ਰਿਸ਼ਟੀ ਵਾਲੇ ਬੰਦੇ ਨੇ। ਇਹਨਾਂ ਨੂੰ ਪਤਾ ਹੈ ਕਿ ਸਾਡੇ ਵਾਲਿਆਂ ਦਾ ਹਾਲ ਕੀ ਹੈ। ਇਸ ਕਰਕੇ ਕਹਿ ਰਹੇ ਨੇ ਕਿ ਜਿਹੜਾ ਠੀਕ ਕਰ ਦੋ, ਜਿਹੜਾ ਠੀਕ ਕਰ ਦੋ, ਬਸ ਜਾਣਾ ਸਾਡੇ ਵਾਲੇ ਨਹੀਂ ਉੱਥੇ। ਹਾਂ ਨਹੀਂ, ਬਹੁਤ ਪ੍ਰੋਪਰ ਮਿਲੂਗਾ ਤੁਹਾਨੂੰ, ਰੋਟੀ ਦਾ, ਦਾਲ ਦੂਲ ਦਾ ਸਭ, ਕੋਈ ਪ੍ਰੋਬਲਮ ਨਹੀਂ ਹੋਣੀ। ਪਰ ਘੱਟੋ ਘੱਟ ਪੰਜਾਬ ਦੇ ਲੋਕਾਂ ਦਾ ਇੱਕ ਪੈਸੇ ਦਾ ਹਿਸਾਬ ਲਿਆ ਜਾਊਗਾ, ਪੰਜਾਬ ਦੇ ਲੋਕਾਂ ਦੇ ਲੁੱਟੇ ਹੋਏ ਇੱਕ ਪੈਸੇ ਦਾ ਹਿਸਾਬ ਲਿਆ ਜਾਊਗਾ, ਵਿਆਜ ਲਿਆ ਜਾਊਗਾ। ਤੇ ਜਿਹੜੀ ਵੀ ਬੇਨਾਮੀ ਪ੍ਰਾਪਰਟੀ ਪਹਾੜਾਂ ਦੇ ਪਹਾੜ ਖਰੀਦੀ ਬੈਠੇ ਆ, ਸਾਰੀ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ, ਚਾਹੇ ਫੋਰੈਸਟ ਡਿਪਾਰਟਮੈਂਟ ਦੀ ਹੈ, ਚਾਹੇ ਪੰਚਾਇਤ ਡਿਪਾਰਟਮੈਂਟ ਦੀ ਹੈ, ਜਿਹੜੇ ਮਰਜ਼ੀ ਡਿਪਾਰਟਮੈਂਟ ਦੀ ਹੈ। ਗਰੀਬਾਂ ਨੂੰ ਤੰਗ ਨਹੀਂ ਕਰਾਂਗੇ ਸਰ। ਜਿਹੜੇ ਗਰੀਬ SC BC ਜਿਹੜੇ ਗਰੀਬ ਰਹਿੰਦੇ ਨੇ ਕਈ ਸਾਲਾਂ ਤੋਂ, ਅਸੀਂ ਆਬਾਦੀ ਨੂੰ ਜਾਂ ਆਬਾਦਕਾਰਾਂ ਨੂੰ ਬਿਲਕੁਲ ਤੰਗ ਨਹੀਂ ਕਰਾਂਗੇ। ਕੁਛ ਮੇਰੇ ਕੋਲ ਕੱਲ ਫੋਨ ਵੀ ਆਏ ਬਜਟ ਬਾਰੇ ਕਿ ਜੀ ਮਹਿਲਾਵਾਂ ਨੂੰ ਜਿਹੜਾ 1000 ਰੁਪਏ ਦਾ ਵਾਅਦਾ ਕੀਤਾ ਉਹ ਕਦੋਂ ਪੂਰਾ ਕਰ। ਮੈਂ ਅੱਜ ਹਾਊਸ ਦੇ ਵਿੱਚ ਦੱਸਣਾ ਚਾਹੁੰਦਾ ਕਿ ਮੈਂ ਸੋਰਸਸ ਇਕੱਠੇ ਕਰ ਰਹੇ ਹਾਂ, ਡਾਟਾ ਬਣ ਗਿਆ ਸਾਰਾ, ਕਿੰਨੇ ਪੈਸੇ ਨੇ। ਤੇ ਜਦੋਂ ਸੋਰਸਸ ਸਾਡੇ ਕੰਪਲੀਟ ਹੋ ਗਏ, ਸਭ ਤੋਂ ਅਗਲੀ ਗਰੰਟੀ ਜਿਹੜੀ ਹੈ, ਚਾਹੇ ਉਹ 2 ਮਹੀਨਿਆਂ ਨੂੰ ਹੋ ਜਾਏ, 4 ਮਹੀਨਿਆਂ ਨੂੰ ਹੋ ਜਾਏ, ਸਭ ਤੋਂ ਅਗਲੀ ਜਿਹੜੀ ਸਟੈਪ ਹੋਊਗਾ ਸਾਡਾ, ਉਹ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲਾ ਹੋਊਗਾ। ਕਿਉਂਕਿ ਬਾਕੀ ਜਿਹੜੀਆਂ ਗਵਰਨਮੈਂਟ ਵੱਲ ਅਸੀਂ ਵਧੇ ਹਾਂ, ਲਰਨਿੰਗ ਲਾਇਸੈਂਸ ਪੋਰਟਲ ਤੇ ਬਣ ਜਾਣਗੇ। ਆਉਣ ਵਾਲੇ ਦਿਨਾਂ 'ਚ ਬਹੁਤ
होर भी जिहड़ियां सुविधावां जमाबंदी दी हो गई, फर्दां हो गईयां, वो ऑनलाइन हो गईयां। ਜਿਹੜੇ हाउस ਦੇ ਵਿੱਚ ਆਪਾਂ बैठे हैं, अगले सैशन तो पहला इत्थे वायरिंग चल रही है। हुण तुहानूं एक नवीं विधान सभा देखण नूं मिलूगी। सामने स्क्रीन लगी होगी, इत्थे टच स्क्रीन होगी, सब कुछ उह अपडेटेड होगा। कोई 2:30 बजे तुहाडे घर दी बैल मार के कोई सवाल ना दे जवाब या सवाल नहीं दे के जाऊगा, इत्थे पिया होगा सारा कुछ जिवें प्लेन दे विच लगी हुंदी है। ई विधान सभा आपां कर देनी है अपडेटेड। और मॉडर्न, क्योंकि दुनिया बदल गई, असीं अजे उत्थे ही खड़े हाँ। अमरीका वाले मंगल ग्रह ते प्लाट कट्टण नूं फिरदे आ, सानूं सीवरेज तक ही रखिया होया जे। सो ये छप्पड़, सीवरेज, सड़कां, टोबे, ये जिहड़ियां लोकां लई बहुत वड्डियां मुश्किलां बना दित्तियां गईयां ने, जद कि जे गौरमेंट काम करन ते आवे सब कुछ ठीक हो सकता है। सीचेवाल साहब साडे राज सभा के मैंबर ने। अजकल जिहड़े टोबियां का पानी साफ करके उन्होंने खेतों च लेके जाया जाता है, उन्होंने टोबियां का नाम ही सीचेवाल मॉडल रखा होया है। असीं उन्होंने राज सभा च भेजिया कि उत्थे जाके वातावरण पोल्यूशन वास्ते आवाज़ उठाओ। अपर हाउस है वो, अपर हाउस च भेजिया सी उन्होंने। उदों पहला भी उन्होंने पोल्यूशन कंट्रोल बोर्ड का मैंबर बना के रखा होया, पर पोल्यूशन कंट्रोल बाद च करते हैं। पहला सीचेवाल जी ते कंट्रोल जरूर रखा है भी तू नहीं हुण कुछ करना, नहीं तो फैक्ट्री वाले आपां नूं फंड देणों हट जाणगे। ये नहीं चलना, हार्ड डिसीजन लेने पैणगे, लवांगे। पर वातावरण लई, पंजाब दे पानी लई, पंजाब दी धरती लई, पंजाब दी हवा लई असीं कोई समझौता नहीं करांगे। तुहानूं देखो, सिर्फ बाजवा साहब जदों अपना लॉकडाउन लग गया, लगभग 24 मार्च सी हाउस चल रहा सी, उस वेले लॉकडाउन का ऐलान हो गया। 10 दिन मैं भी दिल्ली रहा, क्योंकि बिल्कुल ही बहुत ही ज़्यादा स्ट्रिक्ट लॉकडाउन हो गया सीगा, क्योंकि बॉर्डर ही नहीं क्रॉस कर सकते। मैं 10 दिन बाद पंजाब आया। 11-12 दिन बाद देखो जदों लॉकडाउन लग गया, चिड़ियां, तोते, वो जानवर जिहड़े कदे देखे ही नहीं सी, वो अपने घरां दे मूहर दी उड़ के जाते सी ते आपां नूं इह कह के जाते सी, हुण ठीक हो, नेचर नाल छेड़छाड़ करदे हो, बह गए ना घरां च, हुण आ फिरदे असीं आजाद, सानूं नहीं कोरोना हुंदा। जलंधर तो तुहानूं एवरेस्ट दीयां जिहड़ियां पहाड़ियां दी बर्फ दिखण लग गई सी। ਇਹਦਾ मतलब जे 10-12 दिन च हो सकता है, फिर आप पोल्यूशन ਨੂੰ कंट्रोल करके क्यों नहीं कर सकते पंजाब च? ਤੁਹਾਨੂੰ ਅਸੀਂ करके दिखावांगे। ये मैं हाउस ਦੇ ਵਿੱਚ कहना सर। सो चिड़ियां भी, घुग्गियां भी, गटारां भी, ਜਿਹੜੀਆਂ पात्र साहब का एक शेर है कि इत्थों मेघ आउंदे भी मुड़ गए, इत्थों पंछी सारे उड़ गए, इत्थे दरख्त भी करन अजकल किते होर जाण दे मशवरे। साडे पंछी असीं उन्हां दे घर पाउण दियां जगह असीं नहीं छड्डियां, स्प्रेयां कर करके खेतां च नहीं किते रह सकदे। हो आए अपने नाल ही सीगे, पर कुदरत नाल छेड़छाड़ नहीं होनी चाहिए। बाकी थोड़ा जा क्योंकि 75 साल की तानी उलझी हुई है, उन्होंने 100 दिनों च या 5 महीनों 4 महीनों नहीं सुलझाया जा सकता, पर लगे हुए हैं, नीयत सच्ची है। पात्र साहब का शेर है, की होया जे पतझड़ आई तो अगली रुत विच यकीन रखी, मैं लभ के लियाना कितों कलमा, तू फुल्लां जोगी जमीन रखी। कलमे लभ लांगे, फुल्लां जोगी जमीन बचे, ऐसे धरती ते भंगड़े पैणगे सर, ऐसे धरती ते गिद्धे, ऐसे धरती ते कबड्डियां, ऐसे धरती ते हाकियां, क्रिकेटां, ऐसे धरती ते मेले लगणगे ते दमामे मारदे जट जिहड़े मेले जाणगे, क्योंकि असीं खेती जिहड़ी है उहनूं प्रायोरिटी ते ठीक कर रहे हैं। खेती दे नाल इंडस्ट्री जुड़ी हुई है, बहुत सारी एग्रेरियन इंडस्ट्री स्टेट है, इंडस्ट्री भी एग्रेरियन बहुत जुड़ी हुई है, सब कुछ ठीक होगा। सो मैं तुहाडे जरिए धन्नवाद करदा जिन्हां ने इस इतिहासक डिबेट दे विच हिस्सा लिया,
ਔਰ ਨਾਲ ਇੱਕ ਗੱਲ ਜ਼ਰੂਰ ਕਹਿ ਦਿੰਦਾ ਅਖੀਰ ਦੇ ਵਿੱਚ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਸਮੁੰਦਰ ਦੇ ਵਿੱਚ ਜਾ ਕੇ ਉਹ ਮਰ ਜਾਂਦਾ ਹੈ। ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਸਮੁੰਦਰ ਦੇ ਵਿੱਚ ਜਾ ਕੇ ਉਹ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਜਨਾਬ, ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ। ਸੋ ਮੈਂ ਤਜਵੀਜ਼ ਕਰਦਾ ਕਿ ਬਜਟ ਜਿਹੜਾ ਹੈ ਉਹ ਲੋਕ ਪੱਖੀ ਹੈ ਤੇ ਸਾਡੀ ਸਰਕਾਰ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਨੂੰ ਪੂਰੇ ਕਰਨ ਲਈ ਵਚਨਬੱਧ ਹੈ। ਕੋਈ ਵੀ ਆ ਕੇ ਸੁਝਾਅ ਵੀ ਦੇ ਸਕਦਾ ਹੈ। ਅਸੀਂ ਬਹੁਤ ਪਬਲਿਕਲੀ ਓਪਨ ਆ। ਸਾਨੂੰ ਕੋਈ ਵੀ, ਮੈਂ ਤਾਂ ਗੱਡੀ ਜਦੋਂ ਬਾਹਰ ਨਿਕਲਦੀ ਹੈ ਸੀਐਮ ਹਾਊਸ ਚੋਂ ਕੋਈ ਖੜਾ ਹੋਵੇ ਮੰਗ ਪੱਤਰ ਲੈ ਕੇ, ਮੈਂ ਗੱਡੀ ਰੋਕ ਕੇ ਮੰਗ ਪੱਤਰ ਵੀ ਉਹਦਾ ਲੈ ਕੇ ਦੱਸ ਦਿੰਦਾ ਕਿ ਤੈਨੂੰ ਅੱਜ ਸ਼ਾਮ ਨੂੰ ਫੋਨ ਆ ਜਾਊਗਾ, ਕਿਉਂਕਿ ਅੱਧਾ ਦੁੱਖ ਤਾਂ ਸੁਣਨ ਨਾਲ ਹੀ ਟੁੱਟ ਜਾਂਦਾ ਹੈ। ਪਰ ਇਦੋਂ ਪਹਿਲਾਂ ਦੁੱਖ ਦੀ ਗੱਲ ਹੈ ਕਿ ਨਹੀਂ ਸੁਣਿਆ ਗਿਆ ਤਾਂ ਫਿਰ ਉਹ ਲੋਕਾਂ ਨੇ ਨਹੀਂ ਉਹਨਾਂ ਨੂੰ ਸੁਣਿਆ, ਉਹ ਨਹੀਂ ਆਏ ਇੱਥੇ। ਤੇ ਬਾਕੀ ਮੈਂ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਕਰਦਾ, ਤੁਸੀਂ ਲੰਬਾ ਸਮਾਂ ਡਿਬੇਟ ਕਰਵਾਈ ਔਰ ਹਰ ਇੱਕ ਪੱਖ ਨੂੰ, ਹਰ ਇੱਕ ਪਾਰਟੀ ਨੂੰ ਮੌਕਾ ਦਿੱਤਾ। ਮੈਂ BSP, ਮੈਂ ਅਕਾਲੀ ਦਲ, ਮੈਂ ਕਾਂਗਰਸ, ਆਜ਼ਾਦ ਉਮੀਦਵਾਰ ਨੇ BJP, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਲੋਕਤੰਤਰ ਨੂੰ, ਜੇ ਤੁਸੀਂ ਨਾ ਹੁਣ ਦੇਖੋ ਫਸਟ ਆਉਣ ਵਾਲੇ 'ਚ ਸਭ ਤੋਂ ਵੱਡਾ ਯੋਗਦਾਨ, ਮੈਂ ਕਹਿੰਦਾ ਹੁਣ ਅਕਸਰ ਕਿ ਫਸਟ ਆਉਣ ਵਾਲੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਫਸਟ ਆਉਣ ਵਾਲੇ 'ਚ ਸਭ ਤੋਂ ਵੱਡਾ ਯੋਗਦਾਨ ਸੈਕਿੰਡ ਤੇ ਥਰਡ ਵਾਲੇ ਦਾ ਹੁੰਦਾ, ਜੇ ਉਹ ਨਾ ਹੁੰਦੇ ਮੁਕਾਬਲੇ ਨਹੀਂ ਹੋਣਾ ਸੀ। ਸੋ ਇਸ ਕਰਕੇ ਸੈਕਿੰਡ ਤੇ ਥਰਡ ਵਾਲਿਆਂ ਦੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਪੰਜਾਬ ਦੇ ਲੋਕਾਂ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਸਾਨੂੰ ਉਹਨਾਂ ਨੇ ਫਸਟ ਕੀਤੇ। ਬਹੁਤ ਬਹੁਤ ਧੰਨਵਾਦ ਸਰ। ਬਹੁਤ ਧੰਨਵਾਦ।